ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਲੋਕ ਆਦ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤ ਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਆਦ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤ ਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਬੜੇ ਹੀ ਪ੍ਰੇਮ ਨਾਲ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਭਾਈ ਅਮਨਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ, ਉਹਨਾਂ ਨੇ ਆਪ ਜੀ ਨੂੰ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰਾਇਆ। ਆਪ ਜੀ ਨਿਤ ਦੇ ਅਭਿਆਸੀ ਸਿੰਘ ਬੈਠੇ ਹੋ, ਅਭਿਆਸ ਕਰਨ ਵਾਲੇ ਗੁਰਮੁਖ ਪਿਆਰੇ ਸਤਸੰਗੀ ਇਕੱਠੇ ਹੋ ਕੇ ਬੈਠੇ ਹੋ। ਭਾਈ ਅਮਨਜੀਤ ਸਿੰਘ ਜੀ ਦੇ ਜਿਹੜੇ ਕੀਰਤਨ ਦਾ ਪ੍ਰਕਰਣ ਸੀ ਨਾ, ਉਹ ਸਾਧ ਸੰਗਤ ਜੀ ਆਤਮਾ ਤੇ ਪਰਮਾਤਮਾ ਦੇ ਮਿਲਾਪ ਵਾਲੇ ਸ਼ਬਦ ਪੜ੍ਹ ਰਹੇ ਸਨ। ਵਿੱਚ ਬੇਨਤੀ ਵੀ ਕੀਤੀ ਹੈ ਕਿ ਹੇ ਸੰਤੋ ਕਿਰਪਾ ਕਰੋ ਤੇ ਮੇਰੀ ਆਤਮਾ ਦਾ ਮਿਲਾਪ ਪਰਮਾਤਮਾ ਦੇ ਨਾਲ ਕਰਾ ਦਿਓ। 3 ਤਰੀਕਿਆਂ ਦਾ ਵਿਆਹ ਹੁੰਦਾ ਸਾਧ ਸੰਗਤ ਜੀ। ਇੱਕ ਜਿਹੜਾ ਵਿਆਹ ਹੈ ਨਾ, ਉਹ ਇਸਤਰੀ ਤੇ ਪੁਰਸ਼ ਦਾ ਹੁੰਦਾ। ਉਹ ਆਮ ਤੌਰ ਤੇ ਆਪਾਂ ਸਮਾਜ ਵਿੱਚ ਵੇਖਦੇ ਹਾਂ ਇਸਤਰੀ ਤੇ ਪੁਰਸ਼ ਦੇ ਵਿਆਹ ਨੂੰ। ਇੱਕ ਵਿਆਹ ਹੁੰਦਾ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆ, ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ। ਇਹ ਵੀ ਵਿਆਹ ਹੈ। ਜਿਹੜਾ ਪਹਿਲਾ ਵਿਆਹ ਹੈ ਨਾ, ਉਹ ਲਗਭਗ ਸਾਰੇ ਪੁਰਸ਼ਾਂ ਦਾ ਹੁੰਦਾ ਹੈ, ਲਗਭਗ ਕਈਆਂ ਦਾ ਨਹੀਂ ਵੀ ਹੁੰਦਾ। ਇਸਤਰੀ ਪੁਰਸ਼ ਵਾਲਾ ਵਿਆਹ। ਜਿਹੜਾ ਦੂਸਰੇ ਕਿਸਮ ਦਾ ਵਿਆਹ ਹੈ ਨਾ, ਉਹ ਸਾਧ ਸੰਗਤ ਜੀ ਜਿੰਨੇ ਜੰਮੇ ਨੇ, ਜਿੰਨਿਆਂ ਦਾ ਜਨਮ ਹੋਇਆ, ਸਾਰਿਆਂ ਦਾ ਹੁੰਦਾ। ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ। ਪਰ ਜਿਹੜਾ ਤੀਸਰਾ ਵਿਆਹ ਹੈ ਨਾ, ਉਹ ਸਾਧ ਸੰਗਤ ਜੀ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਦਾ ਹੁੰਦਾ। ਫਿਰ ਧਿਆਨ ਨਾਲ ਸੁਣਿਓ, ਪਹਿਲਾ ਲਗਭਗ ਸਾਰਿਆਂ ਦਾ ਹੁੰਦਾ, ਪਰ ਸਾਰਿਆਂ ਦਾ ਨਹੀਂ ਵੀ ਹੁੰਦਾ।
ਜਿਹੜਾ ਦੂਸਰਾ ਹੈ ਉਹ ਜਿੰਨਿਆਂ ਦਾ ਜਨਮ ਹੋਇਆ ਸਾਰਿਆਂ ਦਾ ਹੋਣਾ ਹੀ ਹੋਣਾ ਹੈ। ਤੇ ਜਿਹੜਾ ਤੀਸਰਾ ਹੈ ਉਹ ਸਾਧ ਸੰਗਤ ਜੀ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਦਾ ਹੁੰਦਾ ਹੈ। ਤੀਸਰਾ ਵਿਆਹ ਕਿਹੜਾ ਹੈ? ਉਹ ਹੈ ਸਾਡੀ ਆਤਮਾ ਦਾ ਵਾਹਿਗੁਰੂ ਦੇ ਨਾਲ ਵਿਆਹ ਹੋਣਾ, ਪਰਮਾਤਮਾ ਦੇ ਨਾਲ ਵਿਆਹ ਹੋਣਾ। ਇਹ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਦਾ ਹੁੰਦਾ ਹੈ। ਉਹਦੇ ਵਾਸਤੇ ਜਿਹੜੇ ਸ਼ਬਦ ਹੈ ਨਾ, ਇਹ ਸਾਧ ਸੰਗਤ ਜੀ ਲਿਖੇ ਹੈ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿ ਮਾਈ ਮੋਹਿ ਪ੍ਰੀਤਮ ਦੇਹੋ ਮਿਲਾਏ, ਕਿਰਪਾ ਕਰੋ ਮੈਨੂੰ ਵੀ ਮੇਰਾ ਪਿਆਰਾ ਜਿਹੜਾ ਉਹ ਮਿਲਾ ਦਿਓ। ਸਾਧ ਸੰਗਤ ਫਿਰ ਬੇਨਤੀ ਹੈ, ਆਪ ਜੀ ਅਭਿਆਸੀ ਸਿੱਖ ਬੈਠੇ ਹੋ, ਰੋਜ਼ ਦੀ ਸੰਗਤ ਕਰਨ ਵਾਲੇ ਬੈਠੇ ਹੋ। ਆਤਮਾ ਦਾ ਜਿਹੜਾ ਪ੍ਰੀਤਮ ਹੈ ਨਾ, ਅੰਦਰ ਦਾ ਪ੍ਰੀਤਮ, ਉਹ ਤਾਂ ਵਾਹਿਗੁਰੂ ਹੀ ਹੈ, ਉਹ ਤਾਂ ਪਰਮੇਸ਼ਰ ਹੀ ਹੈ। ਪਰ ਸੱਚੀ ਗੱਲ ਤੇ ਹੈ, ਆਪਣੀ ਤਾਂਘ ਹੀ ਨਹੀਂ ਪੈਦਾ ਹੁੰਦੀ ਵੀ ਉਸ ਵਾਹਿਗੁਰੂ ਦੇ ਨਾਲ ਮਿਲਣਾ ਹੈ। ਕੋਈ ਇੱਕ ਅੱਧਾ ਵਿਰਲਾ ਗੁਰਮੁਖ ਹੁੰਦਾ ਹੈ ਜਿਹਦੀ ਤਾਂਘ ਪੈਦਾ ਹੁੰਦੀ ਹੈ ਕਿ ਮੈਂ ਵਾਹਿਗੁਰੂ ਦੇ ਨਾਲ ਮਿਲਣਾ, ਨਹੀਂ ਤੇ ਨਹੀਂ ਤਾਂਘ ਪੈਦਾ ਹੁੰਦੀ। ਹੁਣ ਕਿੰਨੇ ਸ਼ਬਦ ਨੇ ਸਾਧ ਸੰਗਤ ਦੀ ਆਤਮਾ ਦੇ ਪਰਮਾਤਮਾ ਨਾਲ ਵਿਆਹ ਵਾਲੇ, ਜਿਹੜੀਆਂ ਆਪਾਂ 4 ਲਾਵਾਂ ਪੜ੍ਹਦੇ ਹਾਂ। ਸ੍ਰੀ ਗੁਰੂ ਰਾਮਦਾਸ ਸਾਹਿਬ ਚੌਥੇ ਸਤਿਗੁਰਾਂ ਦੀ ਬਾਣੀ, ਉਹ ਕੇਵਲ ਇਹ ਥੋੜ੍ਹੀ ਓ ਹੈ ਵੀ ਆਮ ਇੱਕ ਬੱਚਾ ਮਹਾਰਾਜ ਦੇ ਹਜ਼ੂਰ 4 ਪਰਿਕਰਮਾ ਕਰ ਲੈਣ, ਉਹਦੇ ਵਾਸਤੇ ਮਹਾਰਾਜ ਨੇ ਬਾਣੀ ਉਚਾਰੀ ਹੈ। ਨਹੀਂ ਸਾਧ ਸੰਗਤ ਜੀ, ਇਹ ਜਿਹੜੀ ਬਾਣੀ ਹੈ ਨਾ, ਇਹ 4 ਲਾਵਾਂ ਅਸਲ ਵਿੱਚ ਆਤਮਾ ਪਰਮੇਸ਼ਰ ਨਾਲ ਜਿਵੇਂ ਜਿਵੇਂ ਲਾਵਾਂ ਲੈਂਦੀ ਹੈ, ਜਿਵੇਂ ਜਿਵੇਂ ਵਾਹਿਗੁਰੂ ਦੇ ਨਾਲ ਵਿਆਹ ਹੁੰਦਾ ਹੈ, ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ, ਉਹ 4 ਅਵਸਥਾਵਾਂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਲਿਖੀਆਂ। ਸੰਖੇਪ ਵਿੱਚ ਦਾਸ ਬੇਨਤੀ ਕਰ ਦੇਵੇ, ਇੱਕ 2 ਪੰਕਤੀਆਂ ਵਿੱਚ 4 ਲਾਵਾਂ ਦੀ, ਕਿ ਆਤਮਾ ਦਾ ਕਿਵੇਂ ਵਿਆਹ ਹੋਣਾ ਹੁੰਦਾ ਹੈ ਪਰਮੇਸ਼ਰ ਦੇ ਨਾਲ। ਹੈ ਤਾਂ ਇਹ ਸਾਧ ਸੰਗਤ ਜੀ ਸਾਰਿਆਂ ਦਾ ਵਿਸ਼ਾ ਨਹੀਂ ਹੈ। ਮੇਰੀ ਫਿਰ ਬੇਨਤੀ ਹੈ, ਇਸ ਬੰਨੇ ਸਾਰਿਆਂ ਦੀ ਸੁਰਤ ਨਹੀਂ ਜਾਂਦੀ, ਸਾਰਿਆਂ ਦਾ ਧਿਆਨ ਨਹੀਂ ਜਾਂਦਾ, ਕਿਉਂਕਿ ਅਸੀਂ ਇਹ ਸੰਸਾਰੀ ਲੋਕ ਤੇ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਪਰ ਉਹ ਦੂਜੀਆਂ ਜਿਹੜੀਆਂ ਮੰਗਾਂ ਨੇ ਨਾ, ਉਹਨਾਂ ਵੱਲ ਹੀ ਧਿਆਨ ਹੁੰਦਾ ਹੈ ਵੀ ਦੂਜੀਆਂ ਮੰਗਾਂ ਪੂਰੀਆਂ ਹੋ ਜਾਣ, ਇਹੋ ਹੀ ਬਹੁਤ ਹੈ। ਤੇ ਜਿਹੜੇ ਭਾਵ ਅਰਥ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਰੱਖੇ ਆ, ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੋਣਾ, ਉਹ ਉਸ ਪਾਸੇ ਵਿਰਲੇ ਜਾਂਦੇ, ਬਹੁਤ ਵਿਰਲੇ ਜਾਂਦੇ, ਕਰੋੜਾਂ ਵਿੱਚੋਂ ਇੱਕ ਅੱਧਾ ਹੀ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਆ। ਮਹਾਰਾਜ ਕਹਿੰਦੇ ਜਦੋਂ ਸਭ ਤੋਂ ਪਹਿਲਾ ਕੰਮ ਕੀ ਹੈ, ਜਿਵੇਂ ਪਹਿਲੀ ਲਾਂ ਲੈਣੀ ਹੁੰਦੀ ਹੈ ਇੱਕ ਇਸਤਰੀ ਨੇ ਪਤੀ ਦੇ ਨਾਲ ਰਲ ਕੇ ਸਤਿਗੁਰਾਂ ਦੇ ਇਰਦ ਗਿਰਦ, ਪਹਿਲਾ ਕਰਮ ਕੀ ਹੈ, ਪਹਿਲੀ ਲਾਮ ਕੀ ਹੈ ਸਾਡੇ ਜੀਵਨ ਦੀ, ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਪਹਿਲੀ ਲਾਮ ਲੈਣੀ ਕੀ ਹੈ? ਪ੍ਰਵਿਰਤੀ ਕਰਮ ਕਰਨਾ। ਪ੍ਰਵਿਰਤ ਹੋਣਾ ਕੀ ਹੁੰਦਾ? ਪ੍ਰਵਿਰਤ ਹੋਣਾ ਹੁੰਦਾ ਸ਼ਾਮਲ ਹੋਣਾ। ਤੇ ਮਹਾਰਾਜ ਸਾਹਿਬ ਬਾਣੀ 'ਚ ਕਿਰਪਾ ਕਰਦੇ ਆ, ਕਹਿੰਦੇ ਧਿਆਨ ਜਿਹੜਾ ਹੈ ਨਾ ਉਹ ਵਾਹਿਗੁਰੂ ਵਾਲੇ ਪਾਸੇ ਪ੍ਰਵਿਰਤ ਹੋਵੇ, ਇਹ ਪਹਿਲੀ ਲਾਮ ਹੈ। ਤੇ ਵਾਹਿਗੁਰੂ ਵਾਲੇ ਪਾਸੇ, ਪਰਮੇਸ਼ਰ ਵਾਲੇ ਪਾਸੇ ਕਿਵੇਂ ਧਿਆਨ ਪ੍ਰਵਿਰਤ ਹੁੰਦਾ ਹੈ? ਉਹ ਸਾਧ ਸੰਗਤ ਜੀ ਜਦੋਂ ਬਾਣੀ ਪੜ੍ਹਦੇ ਆ, ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਫਿਰ ਧਿਆਨ ਜਾਂਦਾ। ਗੁਰੂ ਰਾਮਦਾਸ ਸਾਹਿਬ ਆਪ ਕਿਰਪਾ ਕਰਦੇ ਆ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਹੁ ਪਾਪ ਤਜਾਇਆ ਬਲ ਰਾਮ ਜੀਓ। ਜਿਉਂ-ਜਿਉਂ ਬਾਣੀ ਦਾ ਅਭਿਆਸ ਕਰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਇਹਨੂੰ ਜਿਉਂ-ਜਿਉਂ ਅਸੀਂ ਦ੍ਰਿੜ ਕਰੀ ਜਾਂਦੇ ਆ ਨਾ, ਤਿਉਂ-ਤਿਉਂ ਫਿਰ ਸਾਧ ਸੰਗਤ ਜੀ ਜਿਹੜੇ ਸਾਡੇ ਪਾਪ ਨੇ ਨਾ ਉਹ ਛੁੱਟੀ ਜਾਂਦੇ ਆ। ਪਾਪਾਂ ਨੂੰ ਕਰਕੇ ਬੰਦਾ ਭੁਲਾ ਬੈਠਦਾ ਵੀ ਸ਼ਾਇਦ ਮੈਂ ਕੋਈ ਪਾਪ ਨਹੀਂ ਕੀਤਾ,
ਪਰ ਪਾਪ ਜਿਹੜੇ ਆ ਨਾ ਇਹ ਉਂਝ ਨਹੀਂ ਮੁੱਕਦੇ। ਜਿਉਂ-ਜਿਉਂ ਫਿਰ ਬਾਣੀ ਦਾ ਅਭਿਆਸ ਕਰਦੇ ਆ ਗੁਰਮੁਖ ਪਿਆਰੇ, ਤਿਉਂ-ਤਿਉਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪਾਪ ਤਜਾਇਆ ਬਲ ਰਾਮ ਜੀਓ। ਤੇ ਉਂਝ ਵੇਖਿਆ ਜਿਹੜੇ ਅਭਿਆਸੀ ਸਿੰਘ ਹੈ ਨਾ, ਅਭਿਆਸ ਕਰਦੇ ਆ ਗੁਰਮੁਖ ਰੂਹਾਂ, ਉਹ ਇਹ ਦੱਸਦੇ ਕਹਿੰਦੇ ਜਦੋਂ ਅਸੀਂ ਬਾਣੀ ਪੜ੍ਹਨ ਲੱਗੀਏ ਨਾ ਕਈ ਵਾਰੀ ਬੜੇ ਪੁੱਠੇ ਖਿਆਲਾਤ ਜਿਹੇ ਆਉਣ ਲੱਗ ਪੈਂਦੇ ਆ, ਬੜੇ ਹੋਰ ਤਰ੍ਹਾਂ ਦੇ ਸੀਨ ਜਿਹੜੇ ਆ ਉਹ ਅੱਖਾਂ ਸਾਹਮਣੇ ਆਉਣ ਲੱਗ ਪੈਂਦੇ ਆ। ਤੇ ਉਹ ਕੀ ਹੈ, ਉਹ ਗੁਰਮੁਖ ਪਿਆਰੇ ਮਹਾਂਪੁਰਖ ਦੱਸਦੇ, ਉਹ ਕਹਿੰਦੇ ਜਿਹੜੇ ਗੁਪਤ ਵੀ ਪਾਪ ਕੀਤੇ ਹੁੰਦੇ ਆ ਨਾ, ਉਹ ਫਿਰ ਜਦੋਂ ਬਾਣੀ ਪੜ੍ਹਦੇ ਆ ਉਹ ਸਾਡੇ ਸਾਹਮਣੇ ਆਉਂਦੇ ਆ। ਜਿਹੜੇ ਸਾਹਮਣੇ ਆਈ ਜਾਂਦੇ ਆ ਉਹ ਬਾਣੀ ਕਰਮ ਕੱਟੀ ਜਾਂਦੀ ਹੈ, ਉਹ ਕੱਟਿਆ ਜਾਂਦਾ, ਉਹ ਛੱਡਿਆ ਜਾਂਦਾ। ਇਹ ਕੀ ਹੈ, ਇਹ ਪਹਿਲੀ ਲਾਮ ਹੈ, ਪਹਿਲੀ ਕੰਡੀਸ਼ਨ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਲਿਖਦੇ, ਇੱਕ ਵਾਰੀ ਪ੍ਰੇਮ ਨਾਲ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਵਾਹਿਗੁਰੂ। ਇਹ ਪਹਿਲੀ ਲਾਮ ਹੈ। ਹੁਣ ਇਹਨੂੰ ਹੋਰ ਸੌਖੇ ਸ਼ਬਦਾਂ ਵਿੱਚ ਬੇਨਤੀ ਕਰਾਂ, ਜਦੋਂ ਅੰਮ੍ਰਿਤ ਵੇਲੇ ਜਾਗਦੇ ਆ, ਨਿਤਨੇਮ ਕਰਦੇ ਆ, ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਪਰਮੇਸ਼ਰ ਨਾਲ ਹੋਣ ਵਾਲੇ ਵਿਆਹ ਦੀ ਇਹ ਪਹਿਲੀ ਲਾਮ ਹੈ। ਤੇ ਕਈ ਅਜੇ ਪਹਿਲੀ ਲਾਂ ਲੈ ਰਹੇ ਹੁੰਦੇ ਆ, ਅਜੇ ਉਹ ਪਹਿਲੀ ਅਵਸਥਾ ਵਿੱਚ ਹੁੰਦੇ ਆ, ਪਹਿਲੀ ਲਾਮ ਵਿੱਚ ਹੁੰਦੇ ਆ। ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੂਸਰੀ ਲਾਮ ਵਿੱਚ ਲਿਖਦੇ ਆ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲ ਰਾਮ ਜੀਓ। ਦੂਜੀ ਲਾਮ ਵਿੱਚ ਗੁਰੂ ਸਾਹਿਬ ਨਾਲ ਨੇੜਤਾ ਬਣਦੀ ਹੈ। ਪਹਿਲੀ ਲਾਮ ਹੈ ਨਾ ਜਿਹੜੀ, ਪਹਿਲਾ ਜਿਹੜਾ ਅਸੀਂ ਕਰਮ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹਾਂ, ਸਾਰੀ ਦਿਹਾੜੀ ਗੁਰੂ ਗੁਰੂ ਜਪਦੇ ਹਾਂ, ਸੇਵਾ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਇਹਨੇ ਦੂਜੀ ਲਾਮ ਤੱਕ ਲੈ ਕੇ ਜਾਣਾ। ਕਿਵੇਂ ਲੈ ਕੇ ਜਾਣਾ? ਉਹ ਫਿਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਫਿਰ ਨਾ ਤੇਰੀ ਗੁਰੂ ਨਾਲ ਨੇੜਤਾ ਬਣਨ ਲੱਗ ਪੈਂਦੀ ਹੈ। ਨੇੜਤਾ ਕਿਵੇਂ ਬਣਦੀ ਹੈ? ਆਪਾਂ ਵਿਚਾਰ ਕਰ ਲਈਏ। ਠੀਕ ਹੈ, ਬਾਣੀ ਪੜ੍ਹਦੇ ਆ, ਸੰਗਤ ਵੀ ਕਰਦੇ ਆ, ਪਰ ਸਾਰਿਆਂ ਦੀ ਅਜੇ ਨੇੜਤਾ ਨਹੀਂ ਬਣੀ ਹੁੰਦੀ। ਫਿਰ ਜਿਨ੍ਹਾਂ ਦੀ ਨੇੜਤਾ ਬਣ ਜਾਂਦੀ ਹੈ ਨਾ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਅੰਗ ਸੰਗ ਹੀ ਜਾਪਦੇ। ਤੇ ਅਜੇ ਵੇਖ ਲਈਏ ਵੀ ਆਪਾਂ ਨੂੰ ਅੰਗ ਸੰਗ ਜਾਪਦੇ ਆ ਜਾਂ ਦੂਰ ਜਾਪਦੇ ਆ। ਜੇ ਮਹਾਰਾਜ ਅੰਗ ਸੰਗ ਜਾਪਣ ਨਾ, ਫਿਰ ਸਾਧ ਸੰਗਤ ਜੀ ਮਾੜਾ ਕੰਮ ਕਰਨ ਨੂੰ ਬੰਦੇ ਦਾ ਜੀ ਨਹੀਂ ਕਰਦਾ, ਗਲਤ ਕੰਮ ਨਹੀਂ ਹੁੰਦਾ ਮਨੁੱਖ ਕੋਲੋਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨੇੜੇ ਜੂ ਹੋਏ। ਕਵੀ ਸੰਤੋਖ ਸਿੰਘ ਜੀ ਦਾ ਜਦੋਂ ਜੀਵਨ ਪੜ੍ਹੀਏ ਨਾ, ਜਿਨ੍ਹਾਂ ਨੇ ਸ਼੍ਰੀ ਗੁਰਪ੍ਰਤਾਪ ਸੂਤ ਗ੍ਰੰਥ ਲਿਖਿਆ, ਬਹੁਤ ਵੱਡੇ ਮਹਾਂਪੁਰਖ ਸਨ। 1.25 ਲੱਖ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੇ ਫਿਰ ਗ੍ਰੰਥ ਆਰੰਭ ਕੀਤਾ ਸੀਗਾ ਲਿਖਣ। ਤੇ ਗੁਰੂ ਸਾਹਿਬ ਮਹਾਰਾਜ ਨੇ ਪ੍ਰਤੱਖ ਦਰਸ਼ਨ ਦਿੱਤੇ ਸਨ ਉਹਨਾਂ ਨੂੰ। ਤੇ ਸਤਿਗੁਰਾਂ ਜੀ ਨੇ ਆਖਿਆ ਸੀਗਾ, ਗੁਰੂ ਨਾਨਕ ਸਾਹਿਬ ਜੀ ਨੇ ਵੀ ਦੱਸੋ ਕੀ ਮੰਗਦੇ ਹੋ? ਤੋ ਕਹਿਣ ਲੱਗੇ, ਮਹਾਰਾਜ ਤੁਹਾਡੀ ਸਿਫਤ ਲਿਖਣ ਦਾ ਜੀ ਕਰਦਾ, ਪਰ ਮਹਾਰਾਜ ਮੇਰੇ ਕੋਲ ਸਾਧਨ ਨਹੀਂ ਹਨ ਵੀ ਮੈਂ ਆਪ ਜੀ ਦੀ ਸਾਰੀ ਸਿਫਤ ਲਿਖ ਸਕਾਂ। ਤੇ ਸਤਿਗੁਰੂ ਜੀ ਨੇ ਕਿਹਾ ਸੀ, ਸੰਤੋਖ ਸਿੰਘ ਤੂੰ ਲਿਖਣਾ ਹੀ ਹੈ, ਲਿਖਾਵਾਂਗੇ ਅਸੀਂ, ਕਲਮ ਅਸੀਂ ਚਲਾਵਾਂਗੇ, ਤੂੰ ਬਸ ਹੱਥ ਹੀ ਹਿਲਾਉਣਾ। ਇਹ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੀਗਾ। ਤੇ ਕਵੀ ਜੀ ਨੇ ਨਾ 10 ਪਾਤਸ਼ਾਹੀਆਂ ਦਾ ਜਦੋਂ ਜੀਵਨ ਲਿਖਿਆ, ਤੇ ਅਖੀਰ ਤੇ ਜਦੋਂ ਉਹਨਾਂ ਨੇ ਸਰੀਰ ਤਿਆਗਣਾ ਸੀ, ਤੇ ਇੱਕ ਆਪਣਾ ਹੀ ਲਿਖਿਆ ਦੋਹਰਾ ਪੜ੍ਹਦੇ ਹੁੰਦੇ ਸਨ, ਅਬ ਆਨ ਕੀ ਆਸ ਨਿਰਾਸ ਰਹੀ, ਕਲਗੀ ਧਰ ਬਾਸ ਕੀਓ ਮਨ ਮਾਹੀ। ਆਪਣਾ ਹੀ ਲਿਖਿਆ ਦੋਹਰਾ ਪੜ੍ਹਨਾ। ਤੇ ਜਦੋਂ ਇਹ ਪੜ੍ਹਨਾ ਨਾ, ਉਦੋਂ ਨੇਤਰਾਂ 'ਚ ਬੈਰਾਗ ਹੋਣਾ। ਦਰਬਾਰ ਸਾਹਿਬ ਤੁਰੇ ਫਿਰਨਾ, ਪਰਿਕਰਮਾ ਵਿੱਚ ਤੇ ਦੋਹਰਾ ਪੜ੍ਹੀ ਜਾਣਾ, ਬੈਰਾਗ ਆਈ ਜਾਣਾ ਨੇਤਰਾਂ ਵਿੱਚ, ਇਹੋ ਹੀ ਪੰਕਤੀ ਪੜ੍ਹੀ ਜਾਣੀ ਤੇ ਬੈਰਾਗ ਕਰੀ ਜਾਣਾ। ਤੇ ਪ੍ਰੇਮੀਆਂ ਨੇ ਪੁੱਛ ਲਿਆ ਵੀ ਮਹਾਰਾਜ ਆਪ ਇਸ ਤਰ੍ਹਾਂ ਕਿਉਂ ਕਰਦੇ ਹੋ? ਕਹਿੰਦੇ ਮੈਂ ਤਾਂ ਕਰਦਾ, ਜਦੋਂ ਮੈਂ ਤੁਰਦਾ ਹੈ ਨਾ,
ਮੈਨੂੰ ਇਉਂ ਲੱਗਦਾ ਜਿਵੇਂ ਕਲਗੀਧਰ ਮਹਾਰਾਜ ਘੋੜੇ ਦੇ ਉੱਤੇ ਸੱਜੇ ਹੋਏ ਨਾਲ ਨਾਲ ਹੀ ਤੁਰ ਰਹੇ ਆ। ਮੈਂ ਮਹਾਰਾਜ ਦੇ ਨਾਲ ਨਾਲ ਹਾਂ। ਕਈ ਵਾਰੀ ਇੰਝ ਲੱਗਦਾ ਵੀ ਜਿਵੇਂ ਤੁਰੀਏ ਤੇ ਅੱਗੇ ਅੱਗੇ ਸਤਿਗੁਰਾਂ ਦਾ ਬਾਜ ਜਾ ਰਿਹਾ। ਇਹ ਕੀ ਹੈ? ਇਹ ਸਾਧ ਸੰਗਤ ਜੀ ਸਹਿਜੇ ਸਹਿਜੇ ਸਤਿਗੁਰਾਂ ਦੇ ਨਾਲ ਨੇੜਤਾ ਬਣਦੀ ਹੈ, ਸਹਿਜੇ ਸਹਿਜੇ ਨੇੜਤਾ ਬਣਦੀ ਹੈ। ਤੇ ਇਹ ਹੁਣ ਆਪਾਂ ਵਿਚਾਰ ਕਰਨੀ ਹੈ ਵੀ ਆਪਾਂ ਦੀ ਕਿੰਨੀ ਕੁ ਨੇੜਤਾ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਨਾਲ ਬਣੀ ਹੈ ਕਿ ਅਜੇ ਉੱਤੋਂ ਉੱਤੋਂ ਹੀ ਕਰਮ ਹੋ ਰਹੇ ਆ। ਇਹ ਜਿਹੜੇ ਉੱਤੋਂ ਉੱਤੋਂ ਕਰਦੇ ਆ ਨਾ, ਇਹਦਾ ਵੀ ਲਾਭ ਹੁੰਦਾ। ਐਸੀ ਗੱਲ ਨਹੀਂ ਹੈ ਕਿ ਇਹਦਾ ਲਾਭ ਨਹੀਂ ਹੁੰਦਾ, ਇਹਦਾ ਲਾਭ ਹੁੰਦਾ ਤੇ ਹੌਲੀ ਹੌਲੀ ਨੇੜਤਾ ਬਣਦੀ ਹੈ। ਤੇ ਮਹਾਰਾਜ ਸਾਹਿਬ ਦੂਸਰੀ ਲਾਭ ਵਿੱਚ ਅਖੀਰ ਤੱਕ ਜਾ ਕੇ ਨਾ ਇੱਕ ਕਿਰਪਾ ਕਰਦੇ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਇਹਦੇ ਵਿੱਚ ਮਹਾਰਾਜ ਦੱਸਦੇ ਆ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਹਉਮੈ ਤਾਂ ਪਹਿਲਾਂ ਪਹਿਲਾਂ ਹੀ ਝੜ ਜਾਂਦੀ ਹੈ ਜਦੋਂ ਮਹਾਰਾਜ ਨਾਲ ਮਿਲਾਪ ਹੁੰਦਾ ਹੈ ਨਾ। ਭਾਈ ਅਮਨਦੀਪ ਸਿੰਘ ਸ਼ਬਦ ਪੜ੍ਹ ਰਹੇ ਸਨ, ਉਹਦੇ ਵਿੱਚ ਇੱਕ ਪੰਕਤੀ ਆ ਰਹੀ ਸੀ ਵੀ ਮਹਾਰਾਜ ਹਉਮੈ ਹੀ ਬੜੀ ਢੀਠ ਹੈ, ਇਹ ਨਹੀਂ ਸਾਥ ਛੱਡਦੀ। ਪਰ ਮਹਾਰਾਜ ਕਹਿੰਦੇ ਜਿਉਂ ਜਿਉਂ ਸਾਡੀ ਨੇੜਤਾ ਵੱਧਦੀ ਹੈ ਨਾ, ਤੇ ਹਉਮੈ ਕੀ ਹੈ? ਇਹ ਮੈਲ ਹੈ। ਤੇ ਜਿਵੇਂ ਮੈਲਾ ਕੱਪੜਾ ਨਹੀਂ ਚੰਗਾ ਲੱਗਦਾ, ਅਸੀਂ ਪਾਉਣਾ ਹੋਵੇ ਤੇ ਪਹਿਲਾਂ ਉਹਨੂੰ ਧੋਂਦੇ ਹਾਂ, ਫਿਰ ਜਾ ਕੇ ਉਹ ਕੱਪੜੇ ਨੂੰ ਆਪਾਂ ਆਪਣੇ ਤਨ 'ਤੇ ਧਾਰਨ ਕਰਦੇ ਹਾਂ। ਇਸੇ ਤਰ੍ਹਾਂ ਜਿਉਂ ਜਿਉਂ ਫਿਰ ਸਾਡੀ ਬਾਣੀ ਪੜ੍ਹ ਕੇ ਨਾਮ ਜਪ ਕੇ ਮਹਾਰਾਜ ਜੀ ਦੇ ਨਾਲ ਨੇੜਤਾ ਬਣਦੀ ਹੈ ਨਾ, ਮਹਾਰਾਜ ਹਉਮੈ ਦੀ ਮੈਲ ਧੋਈ ਜਾਂਦੇ, ਧੋਈ ਜਾਂਦੇ। ਜਿਸ ਸਿੱਖ ਦੀ ਆਤਮਿਕ ਤੌਰ 'ਤੇ ਸਤਿਗੁਰਾਂ ਦੇ ਨਾਲ ਨੇੜਤਾ ਹੁੰਦੀ ਹੈ ਨਾ, ਸਾਧ ਸੰਗਤ ਜੀ ਉਹਦੇ ਅੰਦਰੋਂ ਹਉਮੈ ਦੀ ਮੈਲ ਸਤਿਗੁਰੂ ਧੋ ਕੇ ਰੱਖ ਦਿੰਦੇ, ਮਹਾਰਾਜ ਧੋ ਕੇ ਰੱਖ ਦਿੰਦੇ। ਕਵੀ ਇੱਕ 10ਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹਿੰਦਾ ਸੀਗਾ, ਉਹਨੇ ਲਿਖਿਆ ਸੀਗਾ, ਹੈ ਤੇ ਨੇੜੇ ਸੀਗਾ ਮਹਾਰਾਜ ਦੇ ਆਤਮਿਕ ਤੌਰ 'ਤੇ, ਪਰ ਉਤੋਂ ਉਤੋਂ ਉਹਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਸੀ। ਮਹਾਰਾਜ ਨੇ ਕਿਹਾ ਸੀ, ਕਵੀ ਅਸੀਂ ਤੇਰੀ ਕਵਿਤਾ ਤੋਂ ਬੜੇ ਖੁਸ਼ ਹਾਂ, ਮੰਗ ਲੈ। ਤੇ ਕਵੀ ਨੇ ਕਿਹਾ ਸੀ, ਮਹਾਰਾਜ ਚਾਦਰ ਮੈਲੀ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ। ਮਹਾਰਾਜ ਜਿਹੜੀ ਮੇਰਾ ਮਨ ਹੈ ਨਾ, ਮਨ ਰੂਪੀ ਚਾਦਰ ਹੈ, ਮਹਾਰਾਜ ਇਹ ਮੈਲੀ ਜ਼ਿਆਦਾ ਹੈ। ਤੇ ਸੱਚੇ ਪਾਤਸ਼ਾਹ ਮੇਰੇ ਕੋਲ ਸਾਬਣ ਥੋੜਾ ਹੈ, ਤੇ ਹੁਣ ਉਹ ਮੈਲੀ ਚਾਦਰ ਪ੍ਰਵਾਨ ਕਿਸੇ ਨੂੰ ਨਹੀਂ ਹੈ, ਸਾਬਣ ਕੋਲ ਨਹੀਂ ਹੈ। ਤੇ ਉੱਥੇ ਦੱਸਦੇ ਆ ਕਵੀ ਜੀ ਲਿਖਦੇ, ਕਹਿੰਦੇ ਫਿਰ ਮੈਂ ਜਦੋਂ ਮਨ ਦੀ ਚਾਦਰ ਵੇਖਦਾ, ਆਪਣੇ ਮਨ ਰੂਪੀ ਚਾਦਰ ਨੂੰ ਵੇਖ ਵੇਖ ਕੇ ਮੈਂ ਰੋਂਦਾ ਹਾਂ। ਸਾਬਣ ਕਿਹੜਾ ਹੈ ਜਿਹਦੇ ਨਾਲ ਸਾਫ਼ ਹੋਣੀ ਹੈ? ਸਾਬਣ ਹੈ ਸਾਧ ਸੰਗਤ ਜੀ ਭਜਨ। ਗੱਜ ਕੇ ਆਖੋ ਵਾਹਿਗੁਰੂ। ਸਾਬਣ ਭਜਨ ਹੈ। ਮਹਾਰਾਜ ਬਾਣੀ ਥੋੜ੍ਹੀ ਪੜ੍ਹੀ ਜਾਂਦੀ ਹੈ, ਨਾਮ ਘੱਟ ਜਪਿਆ ਜਾਂਦਾ ਹੈ, ਮਨ ਜ਼ਿਆਦਾ ਮੈਲਾ ਹੈ ਮਹਾਰਾਜ। ਤੇ ਮਹਾਰਾਜ ਫਿਰ ਮੈਂ ਜਦੋਂ ਵੇਖਦਾ ਨਾ ਇਹ ਮੈਲੀ ਕਚੈਲੀ ਚਾਦਰ, ਭਾਵ ਆਪਣਾ ਮਨ ਵੇਖਦਾ, ਤੇ ਫਿਰ ਮਹਾਰਾਜ ਮਨ ਬੈਰਾਗ ਆਉਂਦਾ, ਰੋਂਦਾ ਹੈ ਕਿ ਮਹਾਰਾਜ ਆਪ ਜੀ ਦੇ ਫਿਰ ਅੰਤਰ ਆਤਮੇ ਮੇਲਾ ਕਿਵੇਂ ਹੋਏਗਾ। ਹੁਣ ਇੱਕ ਪੁਰਸ਼ ਜਿਹੜਾ ਬਹੁਤ ਸਫਾਈ ਪਸੰਦ ਕਰਦਾ, ਉਹ ਮੈਲੀ ਚਾਦਰ 'ਤੇ ਥੋੜ੍ਹੀ ਉਹ ਆ ਕੇ ਬਹਿੰਦਾ, ਤੇ ਪਰਮੇਸ਼ਰ ਵੀ ਨਿਰਮਲ ਹਿਰਦਾ ਪਸੰਦ ਕਰਦਾ, ਉਹ ਮੈਲੇ ਹਿਰਦੇ 'ਚ ਆ ਕੇ ਥੋੜ੍ਹੀ ਨਿਵਾਸ ਕਰਦਾ। ਤੇ ਮਹਾਰਾਜ ਆਪ ਕਿਰਪਾ ਕਰ ਦਿਓ, ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ, ਜਿਤ ਸੱਚੇ ਸਾਬਣ ਧੋਵਾਂ। ਮਹਾਰਾਜ ਮੈਨੂੰ ਆਪ ਆਪਣਾ ਨਾਮ ਰੂਪੀ ਦਰਸ਼ਨ ਬਖਸ਼ੋ। ਸੱਚੇ ਪਾਤਸ਼ਾਹ ਮੈਂ ਇਸ ਸਾਬਣ ਨਾਲ ਆਪਣੇ ਮਨ ਰੂਪੀ ਜਿਹੜੀ ਚਾਦਰ ਹੈ ਨਾ ਉਹ ਧੋਵਾਂ। ਇਹ ਕੀ ਹੈ? ਕਿਸੇ ਨੂੰ ਇਹ ਵੀ ਵੇਖ ਜਾਣਾ ਵੀ ਮੇਰਾ ਮਨ ਮੈਲਾ ਹੈ, ਇਹ ਵੀ ਸਾਧ ਸੰਗਤ ਜੀ ਧਰਮ ਦੇ ਰਸਤੇ 'ਤੇ ਇੱਕ ਪ੍ਰਾਪਤੀ ਹੈ। ਮਸਕੀਨ ਜੀ ਕਹਿੰਦੇ ਸਨ, ਉਹ ਕਹਿੰਦੇ ਜਿਹਨੂੰ ਆਪਣੇ ਔਗੁਣ ਵਿਖਣ ਲੱਗ ਪੈਣ ਨਾ, ਇਹ ਪਤਾ ਲੱਗ ਜੇ ਵੀ ਮੈਂ ਇੱਥੇ ਗਲਤ ਹਾਂ, ਸਮਝੋ ਚੰਗੇ ਰਸਤੇ 'ਤੇ ਤੁਰ ਪਿਆ। ਕਿਉਂ?
ਆਮ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਮੈਂ ਗਲਤ ਹੈ, ਉਹ ਤੇ ਸਗੋਂ ਸਹੀ, ਆਪਣੇ ਗਲਤ ਨੂੰ ਵੀ ਸਹੀ ਬਣਾ ਕੇ ਬੈਠਾ ਹੁੰਦਾ ਵੀ ਮੈਂ ਸਹੀ ਹਾਂ। ਕਹਿੰਦੇ ਆਪਣੇ ਆਪ ਨੂੰ ਗਲਤ ਸਮਝ ਲੈਣਾ, ਆਪਣੇ ਆਪ ਨੂੰ ਸਮਝਣਾ ਇੱਥੇ ਮੇਰੀ ਭੁੱਲ ਹੈ, ਇੱਥੇ ਮੇਰੀ ਗਲਤੀ ਹੈ, ਇੱਥੇ ਮੇਰੀ ਕਮੀ ਹੈ, ਸਮਝੋ ਉਹ ਬੰਦਾ ਰਸਤੇ ਤੇ ਤੁਰ ਪਿਆ, ਉਹਦੀ ਤਰੱਕੀ ਸ਼ੁਰੂ ਹੋ ਗਈ ਹੈ। ਤੇ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ। ਮਹਾਰਾਜ ਕਹਿੰਦੇ ਜਿਉਂ ਜਿਉਂ ਜਪੋਗੇ, ਜਿਉਂ ਜਿਉਂ ਅਭਿਆਸ ਕਰੋਗੇ, ਜਿਉਂ ਜਿਉਂ ਸਿਮਰਨ ਕਰੋਗੇ, ਸਤਿਗੁਰੂ ਕਹਿਣ ਲੱਗੇ ਤਿਉਂ ਤਿਉਂ ਮਨ ਦੀ ਜਿਹੜੀ ਮੈਲ ਹੈ ਨਾ ਉਹ ਫਿਰ ਉਤਰਦੀ ਜਾਂਦੀ। ਹਉਮੈ ਮੈਲ ਗਵਾਇਆ ਬਦ ਰਾਮ ਜੀਓ, ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਹਿਆ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਬਜਾਏ। ਇਹਦੇ ਵਿੱਚ ਕੀ ਹੈ, ਇਹ ਫਿਰ ਬੇਨਤੀ ਹੈ, ਇਹ ਕੋਈ ਇਹ ਥੋੜੀ ਲਾਵਾਂ ਵਾਸਤੇ ਮਹਾਰਾਜ ਨੇ ਪਾਠ ਬਣਾਇਆ, ਇਹ ਤਾਂ ਅਸੀਂ ਮਰਜ਼ਾਦਾ ਬਣਾਈ ਹੈ ਵੀ ਚਲੋ ਲਾਵਾਂ ਪੜ੍ਹਨੀਆਂ, 4 ਲਾਵਾਂ ਮਹਾਰਾਜ ਨੇ ਉਚਾਰੀਆਂ ਨੇ ਤੇ ਪਰਿਕਰਮਾ ਕਰ ਲਓ, ਬਾਣੀ ਪੜ੍ਹੋ। ਪਰ ਗੱਲ ਤੇ ਮਹਾਰਾਜ ਸਾਡੇ ਮਨ ਦੀ ਕਰ ਰਹੇ, ਗੱਲ ਤੇ ਅੰਦਰ ਦੀ ਕਰ ਰਹੇ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਜਦੋਂ ਵਾਹਿਗੁਰੂ ਦੇ ਗੁਣ ਗਾਏ, ਕਹੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਹੋਏਗਾ ਕਿ ਮਹਾਰਾਜ ਕਹਿਣ ਲੱਗੇ ਨਿਰਮਲ ਭਾਉ ਦੀ ਪ੍ਰਾਪਤੀ ਹੋਏਗੀ। ਭਾਈ ਵੀਰ ਸਿੰਘ ਜੀ ਲਿਖਦੇ ਆ, ਉਹ ਕਹਿੰਦੇ ਜਿਉਂ ਜਿਉਂ ਗੁਰਮੰਤਰ ਦਾ ਜਾਪ ਜਪਦੇ ਹੋ ਨਾ, ਤਿਉਂ ਤਿਉਂ ਮੈਲ ਉਤਰਦੀ ਜਾਂਦੀ ਹੈ ਤੇ ਫਿਰ ਮਾੜਾ ਕੰਮ ਕਰਨ ਤੋਂ ਬੰਦਾ ਗੁਰੇਜ਼ ਕਰਦਾ। ਫਿਰ ਧਿਆਨ ਨਾਲ ਸੁਣਿਓ, ਜਿਉਂ ਜਿਉਂ ਉਹ ਕਹਿੰਦੇ ਗੁਰਮੰਤਰ ਦਾ ਤੁਸੀਂ ਜਾਪ ਕਰਦੇ ਹੋ, ਸੁਰਤ ਟਿਕਾ ਕੇ, ਇਹ ਨਹੀਂ ਵੀ ਧਿਆਨ ਇੱਧਰ ਉੱਧਰ ਹੀ ਹੈ, ਜਿਉਂ ਜਿਉਂ ਜਾਪ ਕਰਦੇ ਹੋ ਤਿਉਂ ਤਿਉਂ ਮੈਲ ਉਤਰਦੀ ਹੈ। ਔਰ ਇਹ ਵੀ ਲਿਖਦੇ ਆ, ਉਹ ਕਹਿੰਦੇ ਪਹਿਲਾਂ ਪਹਿਲਾਂ ਧਿਆਨ ਨਹੀਂ ਜੁੜਦਾ, ਪਹਿਲਾਂ ਪਹਿਲਾਂ ਕੱਖ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਜਿਉਂ ਜਿਉਂ ਜਾਪ ਜਪਦੇ ਹੋ ਤਿਉਂ ਤਿਉਂ ਮੈਲ ਉਤਰਦੀ ਹੈ। ਤੇ ਸਾਧ ਸੰਗਤ ਜੀ ਫਿਰ ਉਹ ਲਿਖਦੇ ਆ, ਕਹਿੰਦੇ ਤਿਉਂ ਤਿਉਂ ਗਲਤ ਕੰਮ ਕਰਨ ਤੋਂ ਗੁਰੇਜ਼ ਕਰਦਾ ਬੰਦਾ। ਇਹਨੂੰ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ, ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ। ਜਿਉਂ ਜਿਉਂ ਵਾਹਿਗੁਰੂ ਦੇ ਗੁਣ ਗਾਉਂਦੇ ਆ ਨਾ, ਤਿਉਂ ਤਿਉਂ ਨਿਰਮਲ ਭਾਉ ਬਣਦਾ। ਵੇਖੋ ਮਨੁੱਖ ਤੋਂ ਡਰਨਾ ਬੜਾ ਹੀ ਸੌਖਾ ਹੈ, ਵਾਹਿਗੁਰੂ ਤੋਂ ਡਰਨ ਵਾਸਤੇ ਵੀ ਭਗਤੀ ਚਾਹੀਦੀ, ਪਰਮੇਸ਼ਰ ਤੋਂ ਡਰਨ ਵਾਸਤੇ ਵੀ ਭਗਤੀ ਚਾਹੀਦੀ ਹੈ। ਜੇ ਭਗਤੀ ਨਹੀਂ ਹੈ ਨਾ ਤੇ ਬੰਦਾ ਪਰਮੇਸ਼ਰ ਤੋਂ ਡਰਦਾ ਨਹੀਂ ਹੈ। ਬੰਦਾ ਸਾਡੇ ਸਾਹਮਣੇ ਬੈਠਾ ਹੈ, ਸਾਧ ਸੰਗਤ ਜੀ, ਬੰਦੇ ਤੋਂ ਤੇ ਡਰ ਕੇ ਅਸੀਂ ਗਲਤ ਕੰਮ ਨਹੀਂ ਕਰਾਂਗੇ ਕਿਉਂਕਿ ਉਹ ਸਾਡੇ ਸਾਹਮਣੇ ਹੈ। ਪਰ ਪਰਮੇਸ਼ਰ ਉਹ ਦਿਸਦਾ ਨਹੀਂ ਹੈ, ਉਹ ਮਹਿਸੂਸ ਕਰਨਾ ਹੈ। ਤੇ ਫਿਰ ਬੰਦਾ ਕਹਿੰਦਾ ਇੱਥੇ ਕਿਹੜਾ ਕੋਈ ਮੈਨੂੰ ਵੇਖ ਰਿਹਾ, ਕੋਈ ਨਹੀਂ, ਕਰ ਲੈਂਦੇ ਆ ਗਲਤ ਕੰਮ, ਗੱਜ ਕੇ ਆਖੋ ਵਾਹਿਗੁਰੂ। ਉਹ ਹੋ ਜਾਂਦਾ, ਹੋ ਜਾਂਦਾ। ਆਖਿਆ ਸੀ ਨਾ ਸੰਤ ਨੇ ਦੋਵਾਂ ਚੇਲਿਆਂ ਨੂੰ ਵੀ ਜਾਓ, ਉਹ ਉੱਥੇ ਜਾ ਕੇ ਕਬੂਤਰ ਮਾਰਨਾ ਜਿੱਥੇ ਤੁਹਾਨੂੰ ਕੋਈ ਵੇਖਦਾ ਨਾ ਹੋਵੇ। ਇੱਕ ਤੇ ਗੁਫਾ ਜੀ ਦੇ ਵਿੱਚ ਵੜ ਕੇ ਤੇ ਮਾਰ ਆਇਆ, ਤੇ ਦੂਜਾ ਜਿਉਂਦਾ ਹੀ ਵਾਪਸ ਲੈ ਆਇਆ। ਸੰਤ ਕਹਿੰਦੇ ਕੀ ਗੱਲ, ਮਾਰ ਕੇ ਕਿਉਂ ਨਹੀਂ ਆਇਆ? ਦੂਜਾ ਜਿਹੜਾ ਪਹਿਲਾ ਸੀ ਉਹ ਤਾਂ ਕਹਿੰਦਾ ਮਹਾਰਾਜ ਮੈਂ ਉੱਥੇ ਲੁਕਾ ਕੇ ਮਾਰ ਕੇ ਆਇਆ, ਕਿਸੇ ਨੇ ਵੇਖਿਆ ਹੀ ਨਹੀਂ ਮੈਨੂੰ। ਦੂਜੇ ਨੂੰ ਪੁੱਛਿਆ, ਉਹ ਕਹਿੰਦਾ ਮਹਾਰਾਜ ਮੈਂ ਜਿੱਧਰ ਜਾਂਦਾ ਸਾਂ ਕੋਈ ਨਾ ਕੋਈ ਵੇਖਦਾ ਸੀਗਾ, ਤੇ
ਸੰਤ ਕਹਿੰਦੇ ਤੂੰ ਵੀ ਉਸ ਗੁਫਾ ਦੇ ਵਿੱਚ ਵੜ ਕੇ ਮਾਰ ਆਉਣਾ ਸੀ ਕਬੂਤਰ। ਕਹਿਣ ਲੱਗਾ ਨਹੀਂ ਮਹਾਰਾਜ, ਉੱਥੇ ਵੀ ਤੇ ਵਾਹਿਗੁਰੂ ਵੇਖ ਹੀ ਰਿਹਾ ਸੀ ਨਾ। ਤੇ ਜਦੋਂ ਇਹ ਗੱਲ ਆਖੀ ਨਾ ਤੇ ਸੰਤਾਂ ਨੇ ਸ਼ਾਬਾਸ਼ ਦਿੱਤੀ। ਕਹਿਣ ਲੱਗੇ ਤੂੰ ਤੁਰ ਪਿਆ, ਇਹ ਨਹੀਂ ਅਜੇ ਇਸ ਰਸਤੇ ਤੇ ਤੁਰਿਆ, ਤੇਰੀ ਭਗਤੀ ਵੱਧ ਹੋ ਗਈ। ਰੱਬ ਦਾ ਡਰ ਪੈਦਾ ਹੋਵੇ ਇਹਦੇ ਵਾਸਤੇ ਵੀ ਸਿਮਰਨ ਚਾਹੀਦਾ। ਸਿਮਰਨ ਵਾਲੇ ਵਾਹਿਗੁਰੂ ਤੋਂ ਡਰਦੇ ਆ, ਜਿਹੜੇ ਸਿਮਰਨ ਨਹੀਂ ਕਰਦੇ ਉਹਨਾਂ ਲਈ ਕੋਈ ਰੱਬ ਨਹੀਂ, ਕੋਈ ਡਰ ਨਹੀਂ ਉਹਨਾਂ ਵਾਸਤੇ। ਉਹਦਾ ਭੈ ਮਨ ਵਿੱਚ ਪੈਦਾ ਹੋਏਗਾ ਤੇ ਜਿਉਂ-ਜਿਉਂ ਵਾਹਿਗੁਰੂ ਜੀ ਦਾ ਭੈ ਪੈਦਾ ਹੋਏਗਾ ਤਿਉਂ-ਤਿਉਂ ਮਾੜੇ ਕੰਮਾਂ ਤੋਂ ਬੰਦਾ ਜਪਦਾ ਵਾਹਿਗੁਰੂ ਬਚਦਾ ਜਾਏਗਾ। ਹਰ ਵੇਖੈ ਰਾਮ ਹਦੂਰੇ, ਉਹ ਕੀ ਹੈ? ਹਰ ਵਕਤ ਬੰਦਾ ਆਪਣੇ ਹਦੂਰ ਵਾਹਿਗੁਰੂ ਨੂੰ ਵੇਖਦਾ ਵੀ ਵਾਹਿਗੁਰੂ ਮੇਰੇ ਨੇੜੇ ਹੈ, ਪਰਮੇਸ਼ਰ ਮੇਰੇ ਨੇੜੇ ਹੈ। ਸੰਤ ਸੁੰਦਰ ਸਿੰਘ ਜੀ ਕਥਾ ਕਰ ਰਹੇ ਸਨ ਇਸ ਸ਼ਬਦ ਦੀ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਸ਼ਬਦ ਆਪਾਂ ਵੀ ਪੜ੍ਹ ਲਾਂਗੇ, ਕਥਾ ਆਪਾਂ ਵੀ ਕਰ ਲਾਂਗੇ, ਪਰ ਉਹ ਜਦੋਂ ਸੰਤ ਸ਼ਬਦ ਪੜ੍ਹ ਰਹੇ ਸਨ, ਵਾਹਿਗੁਰੂ ਕਥਾ ਕਰ ਰਹੇ ਸਨ ਨਾ ਇਹਦੀ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਤੋ ਇੱਕ ਸਿੰਘ ਕਥਾ ਸੁਣ ਰਿਹਾ ਸੀ, ਉਹਨੂੰ ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋ ਗਏ। ਉਹ ਉੱਚੀ ਉੱਚੀ ਸੰਗਤ 'ਚ ਕਹਿਣ ਲੱਗਾ, ਕਹਿੰਦਾ ਮਹਾਰਾਜ ਕਲਗੀਧਰ ਤੇ ਤੁਹਾਡੇ ਸਰਾਣੇ ਖਲੋਤੇ ਆ ਕਥਾ ਕਰਦੇ ਆ। ਸੰਤ ਕਹਿੰਦੇ ਚੁੱਪ, ਕਮਲਾ ਨਾ ਹੋਵੇ। ਤੇ ਉਹ ਕਮਲਾ ਹੋ ਗਿਆ। ਬਾਅਦ ਵਿੱਚ ਕਥਾ ਤੋਂ ਬਾਅਦ ਉਹਨੂੰ ਮਿਲੇ, ਫਿਰ ਬਚਨ ਕੀਤਾ, ਉਹ ਸਹੀ ਹੋਇਆ। ਕਹਿਣ ਲੱਗੇ ਰੌਲਾ ਨਹੀਂ ਪਾਈਦਾ, ਜੇ ਤੈਨੂੰ ਦੂਰੋਂ ਬੈਠਿਆਂ ਵਿਖ ਗਏ ਆ ਮੇਰੇ ਸਿਰ ਤੇ ਖਲੋਤੇ ਆ, ਤੇ ਜਿਹੜੇ ਸਿਰ ਤੇ ਖਲੋਤੇ ਉਹਨੂੰ ਨਹੀਂ ਪਤਾ। ਕਹਿਣ ਲੱਗਾ ਰੌਲਾ ਨਹੀਂ ਪਾਈਦਾ। ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ। ਕਹਿੰਦੇ ਫਿਰ ਸਮਾਂ ਬਣ ਜਾਂਦਾ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਹਿਆ ਭਰ ਪੂਰੇ। ਫਿਰ ਹੋਰ ਉੱਚੀ ਅਵਸਥਾ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਫਿਰ ਸਾਰਿਆਂ ਵਿੱਚ ਹੀ ਵਾਹਿਗੁਰੂ ਦੇ ਦਰਸ਼ਨ ਹੁੰਦੇ, ਜਿਵੇਂ ਭਗਤ ਨਾਮਦੇਵ ਸਾਹਿਬ ਜੀ ਨੂੰ ਹੋਏ ਆ। ਸਾਧ ਸੰਗਤ ਜੀ ਆਓ ਕਲੰਦਰ ਕੇਸਵਾ, ਕਰ ਬਦਾਲੀ ਭੇਸਵਾ, ਉਸ ਰੂਪ 'ਚ ਵੀ ਦਰਸ਼ਨ ਹੋ ਗਏ ਵਾਹਿਗੁਰੂ ਦੇ। ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਹਿਆ ਭਰ ਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ। ਹੁਣ ਸਰੀਰ ਦੇ ਅੰਦਰ ਵੀ ਤੇ ਸਰੀਰ ਦੇ ਬਾਹਰ ਵੀ ਕੌਣ ਦਿਸਦਾ? ਉਹੋ ਹੀ ਵੇਖਦਾ ਜਿਹਦੀ ਯਾਦ ਵਿੱਚ ਜੁੜੇ ਕਹਿੰਦੇ ਆ ਵਾਹਿਗੁਰੂ 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 ਵਾਹਿਗੁਰੂ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਫਿਰ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਬੰਦਾ ਗੁਣ ਗਾਉਂਦਾ ਹੈ ਵਾਹਿਗੁਰੂ ਦੇ, ਤੇ ਦੂਜੀ ਲਾਮ ਦੀ ਸੰਪੂਰਨਤਾ ਤੇ ਮਹਾਰਾਜ ਲਿਖਦੇ, ਕਹਿੰਦੇ ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ, ਜਿਹਦੀ ਹੱਦ ਹੀ ਕੋਈ ਨਹੀਂ। ਤੇ ਜਿਹੜਾ ਇੱਕ ਰਸ ਹੈ ਤੇ ਸਾਡੇ ਸਰੀਰ ਦੇ ਅੰਦਰ ਚੱਲਦਾ, ਇਹ ਸਾਰਿਆਂ ਦੀ ਗੱਲ ਨਹੀਂ ਬਣਦੀ। ਮੈਂ ਫਿਰ ਬੇਨਤੀ ਕਰਾਂ, ਜਿਹੜੇ ਬਹੁਤ ਜੁੜਦੇ ਆ ਨਾ, ਬੜਾ ਹੀ ਨਾਮ ਜਪਦੇ ਆ, ਦਿਨ ਵਿੱਚ ਜ਼ਿਆਦਾ ਸਮਾਂ ਭਜਨ ਹੀ ਕਰਦੇ ਆ, ਫਿਰ ਉਹਨਾਂ ਨੂੰ ਅੰਦਰੇ ਅੰਦਰ ਕੀਰਤਨ ਸੁਣਨ ਲੱਗ ਪੈਂਦਾ, ਅੰਦਰੇ ਅੰਦਰ। ਤੇ ਉਹ ਬਾਹਰੋਂ ਕੀਰਤਨ ਕਿਉਂ ਸੁਣਦਾ? ਤਾਂ ਕਿ ਅੰਦਰ ਕੀਰਤਨ ਹੋ ਜਾਏ। ਇੱਕ ਕੀਰਤਨ ਬਾਹਰ ਹੋ ਰਿਹਾ, ਇੱਕ ਕੀਰਤਨ ਅੰਦਰ ਹੋ ਰਿਹਾ, ਪਰ ਜਿਹੜਾ ਸਾਡੇ ਅੰਦਰ ਹੋ ਰਿਹਾ ਸਾਡੀ ਪਹੁੰਚ ਕੋਈ ਨਹੀਂ, ਗੁਰਮੁਖਾਂ ਦੀ ਪਹੁੰਚ ਹੁੰਦੀ ਹੈ, ਗੁਰਮੁਖਾਂ ਨੂੰ ਸੁਣਦਾ। ਉਹ ਮਹਾਰਾਜ ਕਹਿਣ ਲੱਗੇ ਉਹ ਫਿਰ ਕਦੋਂ ਸੁਣਦਾ ਹੈ? ਜਦੋਂ ਸਾਧ ਸੰਗਤ ਜੀ
ਇਹ ਸਾਰੇ ਸਟੈਪ ਬੰਦਾ ਪਾਰ ਕਰ ਲੈਂਦਾ ਹੈ ਨਾ, ਦੂਜੀ ਲਾਮ ਦੀ ਸੰਪੂਰਨਤਾ ਤੇ ਹੀ ਆ ਜਾਂਦਾ, ਉਦੋਂ ਫਿਰ ਸੁਣਨ ਲੱਗ ਪੈਂਦਾ। ਤੇ ਜਦੋਂ ਫਿਰ ਸੁਣਨ ਲੱਗ ਪੈਂਦਾ, ਫਿਰ ਤੀਜੀ ਲਾਮ ਸ਼ੁਰੂ ਹੁੰਦੀ ਹੈ। ਹਰ ਤੀਜੜੀ ਲਾਭ ਮਨ ਚਾਓ ਭਇਆ, ਬੈਰਾਗੀਆ ਬਲ ਰਾਮ ਜੀਓ। ਫਿਰ ਬੈਰਾਗ ਆਉਂਦਾ ਹੈ, ਜਿਹਦੇ ਨਾਦ ਸੁਣ ਰਹੇ, ਜਿਹਦਾ ਕੀਰਤਨ ਸੁਣ ਰਹੇ, ਉਹਦੇ ਕਦੋਂ ਦਰਸ਼ਨ ਹੋਣਗੇ, ਉਹਦੇ ਕਦੋਂ ਦਰਸ਼ਨ ਹੋਣਗੇ। ਜਿੰਨਾ ਚਿਰ ਤੱਕ ਅਭਿਆਸ ਨਹੀਂ ਕਰਦੇ, ਭਜਨ ਨਹੀਂ ਅਸੀਂ ਕਰਦੇ, ਉਹਨਾਂ ਚਿਰ ਤੱਕ ਇਹ ਗੱਲਾਂ ਉੱਤੋਂ ਹੀ ਲੰਘਦੀਆਂ ਨੇ, ਸਿਰ ਦੇ ਉੱਤੋਂ ਹੀ ਲੰਘਦੀਆਂ, ਕੋਈ ਮਤਲਬ ਨਹੀਂ। ਫਿਰ ਇਹ ਸੁਣ ਕੇ ਅੰਦਰ ਵੀ ਨਹੀਂ ਵਸਦੀਆਂ, ਕਿਉਂਕਿ ਕਰ ਨਹੀਂ ਰਹੇ। ਹੁਣ ਪ੍ਰੈਕਟੀਕਲ ਦਾ ਸਮਾਂ ਹੈ। ਇਹ ਬਚਨ ਤਾਂ ਸਾਰੇ ਸਿੱਧ ਹੁੰਦੇ ਆ, ਅੰਦਰ ਵਰਤਾਰਾ ਤਾਂ ਵਰਤਦਾ ਜਦੋਂ ਚੌਂਕੜਾ ਮਾਰਦੇ ਆ, ਭਜਨ ਕਰਦੇ ਆ। ਜਿੰਨਾ ਚਿਰ ਉਹ ਨਹੀਂ ਹੁੰਦਾ, ਉਹਨਾਂ ਚਿਰ ਤੱਕ ਥਿਊਰੀ ਵੀ ਸਮਝ ਨਹੀਂ ਆਉਂਦੀ। ਬੱਚੇ ਜਦੋਂ ਵਿਦਿਆਰਥੀ ਰੂਪ ਵਿੱਚ ਛੋਟੇ ਹੁੰਦੇ ਆ, ਜਦੋਂ ਪੜ੍ਹਦੇ ਆ, ਉਹ ਜਦੋਂ ਪ੍ਰੈਕਟੀਕਲ ਵੇਖਦਾ ਹੈ ਨਾ, ਫਿਰ ਸਾਰੀ ਗੱਲ ਸੌਖੀ ਸਮਝ ਆ ਜਾਂਦੀ ਹੈ। ਕਈ ਵਾਰੀ ਪੜ੍ਹਿਆ ਨਹੀਂ ਸਮਝ ਆਉਂਦੀ। ਇਸੇ ਤਰ੍ਹਾਂ ਕਈ ਵਾਰੀ ਇਹ ਕਥਾ ਸੁਣਿਆ ਵੀ ਸਮਝ ਨਹੀਂ ਆਉਂਦੀ, ਤੇ ਜਦੋਂ ਜਾਪ ਜਪਦੇ ਆ ਨਾ, ਉਹ ਜਦੋਂ ਆਪਣੇ ਅੰਦਰ ਸਾਰਾ ਕੁਝ ਹੋਣ ਲੱਗ ਪੈਂਦਾ, ਫਿਰ ਬੰਦੇ ਨੂੰ ਸਮਝ ਆਉਣ ਲੱਗ ਪੈਂਦਾ। ਫਿਰ ਉਹ ਪੰਗਤੀ ਚੱਲਦੀ ਹੈ ਨਾ, ਤਿਉਂ ਤਿਉਂ ਫਿਰ ਆਨੰਦ ਬਣੀ ਜਾਂਦਾ ਹੈ, ਕਿਉਂਕਿ ਉਹ ਅੰਦਰ ਵਰਤਾਰਾ ਜੋ ਵਰਤ ਰਿਹਾ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਭਾਈ ਅਮਨਦੀਪ ਸਿੰਘ ਕੀਰਤਨ ਕਰ ਰਹੇ ਸਨ। ਆਤਮਾ ਤੇ ਪ੍ਰਮਾਤਮਾ, ਇਹਦੇ ਮੇਲੇ ਦਾ, ਇਹਦੇ ਮੇਲੇ ਦਾ। ਤੇ ਇੱਕ ਵਾਰੀ ਪਹਿਲੀ ਲਾਮ ਤੇ ਦੁਬਾਰਾ ਆਓ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ, ਧਰਮ ਦ੍ਰਿੜਹੁ ਪਾਪ ਤਜਾਇਆ। ਬਲ ਰਾਮ ਜੀਓ ਧਰਮ ਦ੍ਰਿੜਹੁ, ਹਰ ਨਾਮ ਧਿਆਵ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲ ਵਿਖ ਪਾਪ ਗਵਾਇਆ। ਇਹ ਤਾਂ ਹੋਣਾ ਜਦੋਂ ਧਰਮ ਦ੍ਰਿੜਹੁ, ਹਰ ਨਾਮ ਧਿਆਵਹੁ। ਨਾਮ ਨੂੰ ਧਿਆਨ ਨਾਲ ਜਪਾਂਗੇ। ਤੇ ਕਦੋਂ ਦੀ ਆਪਾਂ ਬਾਬਾ ਜੀ ਦੇ ਮੁਖ ਤੋਂ ਕਥਾ ਸੁਣਦੇ ਹਾਂ। ਕਈ ਗੁਰਮੁਖ ਪ੍ਰੇਮੀ ਉਹ ਫਿਰ ਜੋ ਸੁਣਦੇ ਆ ਪ੍ਰੈਕਟੀਕਲ ਵੀ ਕਰਦੇ ਆ, ਵੀ ਹੁਣ ਲੱਗੀਏ ਤੇ ਸਹੀ, ਵੀ ਸੁਣੀ ਜਾਣਾ, ਸੁਣੀ ਜਾਣਾ, ਹੁਣ ਲੱਗੀਏ। ਤੇ ਫਿਰ ਜਿਹੜੇ ਲੱਗਦੇ ਆ, ਉਹਨਾਂ ਦੇ ਅੰਦਰ ਸ਼ਾਂਤੀ, ਰਸ, ਟਿਕਾਓ, ਆਨੰਦ ਬਣਨ ਲੱਗ ਪੈਂਦਾ, ਉਹਨਾਂ ਨੂੰ ਪਤਾ ਲੱਗਦਾ। ਤੋ ਆਓ ਮਹਾਰਾਜ ਜਿਹੜਾ ਬਚਨ ਕਹਿ ਰਹੇ ਆ, ਧਰਮ ਦ੍ਰਿੜਹੁ ਹਰ ਨਾਮ ਧਿਆਵਹੁ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲ ਵਿਖ ਪਾਪ ਗਵਾਇਆ। ਮਹਾਰਾਜ ਕਹਿੰਦੇ ਜਪੋ, ਜਿੰਨੇ ਕਿਲ ਵਿਖ ਚੰਬੜੇ ਹੋਏ, ਪਾਪ ਚੰਬੜੇ ਹੋਏ, ਮਹਾਰਾਜ ਕਹਿੰਦੇ ਨਾਸ ਹੋਣਗੇ। ਸੋ ਹੋਵੋ ਸਾਵਧਾਨ ਪ੍ਰੇਮ ਨਾਲ, ਤੇ 2 ਮਿੰਟ ਦਾ ਪ੍ਰੈਕਟੀਕਲ ਕਰੋ। ਜਿਹੜਾ ਮਨ ਹੈ ਨਾ, ਮਨ ਤਜਰਬਾ ਕਰਕੇ ਦੇਖਿਓ, ਹਰ ਸਮੇਂ ਇਹ ਕੁਝ ਨਾ ਕੁਝ ਬੋਲਦਾ ਰਹਿੰਦਾ, ਇਹ ਨਹੀਂ ਚੁੱਪ ਹੁੰਦਾ। ਮਨ ਚੁੱਪ ਹੋ ਜੇ ਤੇ ਗੱਲ ਬਣ ਜੇ। ਹੁਣ ਆਪਾਂ ਜਿੰਨੇ ਬੈਠੇ ਆ, ਬੋਲ ਰਹੇ ਆ ਸਾਰੇ, ਚੁੱਪ ਕੋਈ ਨਹੀਂ ਜੇ ਬੈਠਾ। ਜਦੋਂ ਆਪਣੇ ਅੰਦਰ ਜਾਂਦੇ ਆ, ਪਤਾ ਲੱਗਦਾ ਨਹੀਂ ਮੈਂ ਚੁੱਪ ਨਹੀਂ ਹਾਂ, ਮੈਂ ਬੋਲ ਰਿਹਾ ਹਾਂ। ਉਹ ਕੀ ਬੋਲ ਰਿਹਾ? ਉਹ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ। ਕਦੀ ਇਹਨੂੰ ਆਖੋ ਵੀ ਚੁੱਪ ਵੀ ਕਰ ਜਾ, ਇਸ ਮਨ ਨੂੰ ਕਹੋ ਵੀ ਚੁੱਪ ਵੀ ਕਰ ਜਾ ਹਾਂ, ਤੇ ਬੰਦਾ ਹਾਰ ਜਾਂਦਾ, ਪਰ ਇਹ ਨਹੀਂ ਚੁੱਪ ਕਰਦਾ। ਮਨ ਦਾ ਸੁਭਾਅ ਹੈ, ਇਹਨੇ ਕੁਝ ਨਾ ਕੁਝ ਕਰੀ ਜਾਣਾ। ਬਿਲਕੁਲ ਚੁੱਪ ਹੋ ਕੇ ਏਸੀ ਦੀ ਆਵਾਜ਼ 'ਚ ਚਲੇ ਜਾਣਾ,
ਪੱਖੇ ਦੀ ਆਵਾਜ਼ 'ਚ ਚੱਲ ਜਾਏਗੀ। ਤੇ ਜਦੋਂ ਇਹ ਵੀ ਇੱਕ ਥਰਡ ਹੈ, ਇਹਦੇ ਤੋਂ ਪਹਿਲਾਂ ਅੰਦਰ ਦੇ ਵਿਚਾਰ ਨੇ, ਇਹਨੇ ਉਹਨਾਂ ਨਾਲ ਗੱਲਾਂ ਕਰੀ ਜਾਣੀਆਂ ਤੇ ਇਹ ਮਹਾਰਾਜ ਕਹਿੰਦੇ ਜਿਹੜਾ ਬੋਲ ਰਿਹਾ ਨਾ, ਇਹਦੇ ਕੋਲੋਂ ਭਜਨ ਕਰਾਉਣਾ ਹੈ, ਇਹਦੇ ਕੋਲੋਂ ਸਿਮਰਨ ਕਰਾਉਣਾ। ਔਰ ਇਹ ਤਾਂ ਹੋਏਗਾ ਜਦੋਂ ਜੀਭ ਚੁੱਪ ਹੋਏਗੀ। ਕੱਢ ਕੇ ਆਖੋ ਵਾਹਿਗੁਰੂ। ਪਤਾ ਉਦੋਂ ਲੱਗਦਾ ਹੈ ਵੀ ਮੈਂ ਬੋਲ ਰਿਹਾ ਅੰਦਰੋਂ, ਉਦੋਂ ਪਤਾ ਲੱਗਦਾ ਜਦੋਂ ਜੀਭ ਚੁੱਪ ਹੁੰਦੀ, ਫਿਰ ਪਤਾ ਲੱਗਦਾ ਵੀ ਇਹ ਕੀ ਕੀ ਸੋਚਦਾ। ਤੇ ਮਹਾਰਾਜ ਬਾਣੀ 'ਚ ਕਹਿੰਦੇ ਜੀਭ ਦੇ ਆਸਰੇ ਨਾ ਇਹਦੇ ਕੋਲੋਂ ਭਜਨ ਕਰਾ, ਪ੍ਰੈਕਟੀਕਲ ਕਰ। ਇਹਨੂੰ ਕਹੋ ਵੀ ਤੂੰ ਹੋਰ ਨਹੀਂ ਕੋਈ ਗੱਲ ਕਰਨੀ, ਵੈਸੇ ਬੋਲੇਗਾ ਲਗਾਤਾਰ, ਇੱਕ ਸਕਿੰਟ ਲਈ ਚੁੱਪ ਨਹੀਂ ਹੁੰਦਾ ਮਨ। ਗੁਰਮੁਖਾਂ ਦਾ ਕਿਤੇ ਸ਼ਾਂਤ ਹੁੰਦਾ ਹੋਏਗਾ, ਪਰ ਆਮ ਬੰਦੇ ਦਾ ਇੱਕ ਸਕਿੰਟ ਲਈ ਵੀ ਇਹ ਨਹੀਂ ਟਿਕਦਾ, ਇਹ ਵਾਹਿਗੁਰੂ ਚੁੱਪ ਨਹੀਂ ਹੁੰਦਾ। ਸੋ ਇਹਨੂੰ ਭਜਨ ਚ ਲਾਉਣਾ ਹੈ। ਉਹਨੂੰ ਮਹਾਰਾਜ ਕਹਿੰਦੇ ਆ ਹਰ ਨਾਮ ਧਿਆਵਹੁ, ਧਿਆਨ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਚ ਲਾਉਣਾ ਹੈ। ਧਿਆਨ ਦਾ ਕੀ ਹੈ? ਮਨ ਸਵੈ ਪ੍ਰੇਮ ਨਾਲ ਸਿੱਧੇ ਹੋ ਕੇ ਨਾ ਇਹਨੂੰ ਮਨ ਕੋਲੋਂ ਜਪਾਉਣਾ ਹੈ। ਸਾਧ ਸੰਗਤ ਵਿੱਚ ਬੈਠੇ ਸਮਾਂ ਮੋੜ ਹੱਥ 'ਚ ਨਹੀਂ ਆਉਂਦਾ ਛੇਤੀ। ਆਪਾਂ ਸਾਰੇ ਇੰਝ ਹਫ਼ਤੇ ਬਾਅਦ ਫਿਰ ਜਾ ਕੇ ਬਵਾਂਗੇ, ਔਰ ਤੋਂ ਪਹਿਲਾਂ ਕਿੱਥੋਂ ਸਮਾਂ ਬਣਦਾ। ਸੋ ਐ ਸਾਵਧਾਨ ਹੋ ਕੇ ਨਾ ਪ੍ਰੇਮ ਨਾਲ, ਬੜੇ ਸਹਿਜ। ਮਸਕੀਨ ਜੀ ਇਹਨੂੰ ਇੰਝ ਕਹਿੰਦੇ ਹੁੰਦੇ ਆ, ਉਹ ਕਹਿੰਦੇ ਵੀ ਜਿਵੇਂ ਧੁਨ ਹੈ ਨਾ, ਹੋਰ ਨਹੀਂ ਤੇ ਧੁਨ 'ਚ ਹੀ ਧਿਆਨ ਲਾ ਲਓ। ਵਾਹਿਗੁਰੂ ਧੁਨ 'ਚ ਹੀ ਧਿਆਨ ਲਾ ਲਓ, ਤਾਂ ਵੀ ਚੁੱਪ ਹੋਣਾ ਸ਼ੁਰੂ ਹੋ ਜਾਏਗਾ। ਵਾਹਿਗੁਰੂ। ਇਸ ਕੰਮ 'ਚ ਇਮਾਨਦਾਰੀ ਪੂਰੀ, ਹੋਰ ਕੰਮਾਂ 'ਚ ਤੇ ਬੇਈਮਾਨੀਆਂ ਚੱਲ ਜਾਂਦੀਆਂ, ਇਹ ਤੇ ਆਪਣਾ ਹੈ। ਪੂਰੀ ਇਮਾਨਦਾਰੀ, ਸਾਰੇ ਸਰੀਰ ਦੀ ਐਨਰਜੀ ਇੱਕ ਥਾਂ ਇਕੱਠੀ ਕਰਨੀ ਹੈ। ਵਾਹਿਗੁਰੂ। ਵਾਹਿਗੁਰੂ। ਪੂਰੀ ਇਮਾਨਦਾਰੀ ਨਾਲ ਮਹਾਰਾਜ ਬਾਣੀ 'ਚ ਪ੍ਰਮਾਣ ਦਿੰਦੇ ਆ। ਨਾਦ ਕੁਰੰਕਹ ਬੇਦਿਆ ਸਨਮੁਖ ਉੱਠ ਧਾਵੈ। ਉਂਝ ਆਪਣੇ ਵਿੱਚੋਂ ਕਿਸੇ ਨੇ ਹਿਰਨ ਦਾ ਸ਼ਿਕਾਰ ਹੁੰਦਾ ਨਹੀਂ ਦੇਖਿਆ ਹੋਏਗਾ। ਦੋ ਤਰੀਕੇ ਹੈ, ਇੱਕ ਤੇ ਪੂਰਾ ਸ਼ਿਕਾਰੀ ਭੱਜ ਕੇ ਮਗਰ ਜਾ ਕੇ ਤੀਰ ਮਾਰਦਾ ਹੈ, ਤੇ ਇੱਕ ਤਰੀਕਾ ਹੋਰ ਹੈ
ਵੀ ਹਿਰਨ ਦੇ ਲਾਗੇ ਘੰਡੇ ਹੇੜੇ ਦੀ ਆਵਾਜ਼ ਵਜਾਉਂਦੇ ਆ, ਉਹ ਸਾਜ਼ ਹੁੰਦਾ, ਉਹਦਾ ਉਹਦੇ ਨਾਲ ਪਿਆਰ ਬੜਾ। ਤੇ ਉਹ ਘੰਡੇ ਹੇੜੇ ਦੀ ਆਵਾਜ਼ ਵਿੱਚ ਇੰਨਾ ਜ਼ਿਆਦਾ ਮਸਤ ਹੋ ਜਾਂਦਾ, ਇੰਨਾ ਜ਼ਿਆਦਾ ਮਸਤ ਹੋ ਜਾਂਦਾ, ਕਿਹੜੇ ਵੇਲੇ ਸ਼ਿਕਾਰੀ ਆ ਕੇ ਜਿਉਂਦੇ ਨੂੰ ਫੜਦਾ ਉਹਨੂੰ ਪਤਾ ਨਹੀਂ ਲੱਗਦਾ। ਤੀਰ ਨਾਲ ਤੇ ਮਾਰ ਦਿੰਦੇ ਆ ਨਾ, ਤੇ ਘੰਡੇ, ਤੇ ਉਹ ਘੰਡੇ ਹੇੜੇ ਦੀ ਆਵਾਜ਼ ਵਿੱਚ ਇੰਨਾ ਜ਼ਿਆਦਾ ਮਸਤ ਹੋ ਜਾਂਦਾ, ਇੰਨਾ ਜ਼ਿਆਦਾ ਮਸਤ ਹੋ ਜਾਂਦਾ, ਕਿਹੜੇ ਵੇਲੇ ਸ਼ਿਕਾਰੀ ਆ ਕੇ ਜਿਉਂਦੇ ਨੂੰ ਫੜਦਾ ਉਹਨੂੰ ਪਤਾ ਨਹੀਂ ਲੱਗਦਾ। ਤੀਰ ਨਾਲ ਤੇ ਮਾਰ ਦਿੰਦੇ ਆ ਨਾ, ਤੇ ਘੰਡੇ ਹੇੜੇ ਦੀ ਆਵਾਜ਼ ਨਾਲ ਉਹ ਜਿਉਂਦਾ ਹੀ ਫੜਿਆ ਜਾਂਦਾ। ਕਿਉਂ? ਉਹਨੂੰ ਉਹ ਆਵਾਜ਼ ਚੰਗੀ ਲੱਗਦੀ ਹੈ, ਉਹਦਾ ਮਨ ਜੁੜਦਾ ਉੱਥੇ ਜਾ ਕੇ। ਤੇ ਮਸਤ ਹੋਣਾ ਕੀ ਹੈ? ਦੁਨੀਆ ਦਾ ਬਿਲਕੁਲ ਚੇਤਾ ਭੁੱਲ ਜਾਣਾ, ਕੋਈ ਧਿਆਨ ਹੀ ਨਾ ਰਹਿਣਾ। ਤੇ ਮਹਾਰਾਜ ਕਹਿੰਦੇ ਜਿਵੇਂ ਉਹ ਘੰਡੇ ਹੇੜੇ ਦੀ ਆਵਾਜ਼ 'ਚ ਮਸਤ ਹੋ ਜਾਂਦਾ ਹੈ, ਤੂੰ ਅਰਦਾਸ ਕਰਿਆ ਕਰ, ਤਰਲਾ ਲਿਆ ਕਰ, ਹੇ ਮਹਾਰਾਜ ਕਿਰਪਾ ਕਰੋ ਮੈਂ ਨਾਮ ਦੀ ਆਵਾਜ਼ 'ਚ ਐਵੇਂ ਮਸਤ ਹੋ ਜਾਵਾਂ। ਉਹ ਤੇ ਵੱਜ ਜਾਂਦਾ, ਤੂੰ ਛੁੱਟ ਜਾਏਗਾ। ਕਹਿੰਦੇ ਉਹ ਬੰਧਨ 'ਚ ਵੱਜ ਜਾਂਦਾ, ਪਰ ਤੂੰ ਇਹ ਕੰਮ ਕਰਕੇ ਮਹਾਰਾਜ ਕਹਿੰਦੇ ਛੁੱਟ ਜਾਏਗਾ। ਤੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ। ਇਹ ਬਾਣੀ ਸਾਰੀ ਆਤਮਾ ਦਾ ਮੇਲ ਵਾਹਿਗੁਰੂ ਨਾਲ ਕਿਵੇਂ ਹੋਣਾ, ਮਹਾਰਾਜ ਬੜੀ ਸਿੱਖਿਆ ਦਿੰਦੇ ਆ, ਬੜੀ ਸਿੱਖਿਆ ਦਿੰਦੇ ਆ। ਪਰ ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ, ਮਹਾਰਾਜ ਇਹ ਜੋ ਆਪਾਂ ਆਪ ਜੀ ਦੀ ਬਾਣੀ ਪੜ੍ਹਦੇ ਆ ਨਾ, ਮਹਾਰਾਜ ਉਹਦਾ ਪ੍ਰੈਕਟੀਕਲ ਵੀ ਕਰ ਸਕੀਏ, ਮਹਾਰਾਜ ਉਹਦੇ ਉੱਤੇ ਸਾਧਨਾ ਵੀ ਕਰ ਸਕੀਏ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ। ਇੱਕ ਸ਼ਬਦ ਦੀ ਹਾਜ਼ਰੀ ਭਾਈ ਭਰਪੂਰ ਸਿੰਘ ਜੀ ਭਰਨਗੇ, ਤੇ ਫਿਰ ਬਾਬਾ ਜੀ ਨੇ ਆਪ ਜੀ ਦੇ ਦਰਸ਼ਨ ਕਰਨੇ ਆ। ਤੇ ਦੋ ਹੀ ਲਾਵਾਂ ਦੀ ਜਿਹੜੀ ਹੈ ਉਹ ਵਿਚਾਰ ਹੋਈ ਹੈ। ਫਿਰ ਮਹਾਰਾਜ ਕਿਰਪਾ ਕਰਨ, ਦੋ ਰਹਿ ਗਈਆਂ ਨੇ ਜਿਹੜੀਆਂ, ਉਹ ਫਿਰ ਆਪਾਂ ਹਰ ਤੀਜੜੀ ਲਾਭ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ, ਤੇ ਹਰ ਚੌਥੜੀ ਲਾਭ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਉਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਕੀ ਕਿਰਪਾ ਕਰਦੇ ਆ ਸਾਡੇ ਤੇ, ਇਹ ਆਪਾਂ ਸੁਣਾਂਗੇ ਜ਼ਰੂਰ। ਗੁਰੂ ਸਾਹਿਬ ਕਿਰਪਾ ਕਰਨ, ਜੇ ਮਿਹਰ ਕਰਨ। ਉਂਝ ਪਹਿਲੀ ਲਾਮ ਤੋਂ ਦੂਜੀ ਵਿੱਚ ਜਾਣ ਲੱਗਿਆ ਜਨਮ ਲੱਗ ਜਾਂਦੇ ਆ, ਪਹਿਲੀ ਲਾਮ ਤੋਂ ਦੂਜੀ ਲਾਮ ਵਿੱਚ ਜਾਣ ਲੱਗਿਆ ਕਈ ਵਾਰੀ ਜਨਮ ਲੱਗ ਜਾਂਦੇ ਆ। ਤੇ ਜੇ ਮਿਹਰ ਹੋਵੇ ਤੇ ਮਹਾਰਾਜ ਸਿੱਧੀ ਚੌਥੀ ਤੇ ਵੀ ਲੈ ਜਾਂਦੇ ਆ। ਸੋ ਮਹਾਰਾਜ ਕਿਰਪਾ ਕਰਨ। ਇੱਕ ਸ਼ਬਦ ਦੀ ਹਾਜ਼ਰੀ ਭਾਈ ਭਰਪੂਰ ਸਿੰਘ ਜੀ ਸਰਵਣ ਕਰਾਉਣਗੇ। ਦਾਸ ਦੀਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।